शोभा मेरे लालन की शोभा, शोभा मेरे लालन की शोभा। सत नव तन मन रंगी शोभा, सत नव तन मन रंगी शोभा। ब्रह्म महेश सिद्ध मुनि इंद्रा, भगत दान जस मंगी, भगत दान जस मंगी शोभा मेरे लालन की शोभा, शोभा मेरे लालन की शोभा। सत नव तन मन रंगी शोभा, सत नव तन मन रंगी शोभा। ਜਿਹਦੇ ਤੇ ਅਕਾਲ ਪੁਰਖ ਸਭ ਤੋਂ ਵੱਧ ਪ੍ਰਸੰਨ ਹੋਵੇ, ਗੁਰੂ ਗੋਬਿੰਦ ਸਿੰਘ ਜੀ ਪ੍ਰਸੰਨ ਹੋਣ, ਸਿੱਖਾਂ ਦੇ ਘਰ ਜਨਮ ਮਿਲਦਾ। ਤੇ ਫਿਰ ਉਹ ਕਹਿੰਦੇ ਨੇ ਕਿ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਲਗੀਆਂ ਵਾਲੇ ਜਿਸ ਆਤਮਾ ਤੇ ਹੋਰ ਬੇਅੰਤ ਖੁਸ਼ ਹੋਣ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਉਹਨੂੰ ਇਹ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ। ਤੇ ਅੰਮ੍ਰਿਤ ਦੀ ਦਾਤ ਲੈ ਕੇ ਅਸੀਂ ਮਾਤਾ ਸਾਹਿਬ ਕੌਰ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਧੀਆਂ ਪੁੱਤਰ ਅਖਵਾਉਣ ਦੇ ਹੱਕਦਾਰ ਹੋ ਜਾਂਦੇ ਆ। ਤੁਸੀਂ ਖਾਲਸਾ ਪੰਥ ਦੇ ਮੈਂਬਰ ਬਣ ਜਾ ਰਹੇ ਜੇ, ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਜ਼ਿਆਦਾ ਜੇ ਕੋਈ ਪ੍ਰੇਮ ਕੀਤਾ ਨਾ, ਉਹ ਆਪਣੇ ਖਾਲਸੇ ਨਾਲ ਪ੍ਰੇਮ ਕੀਤਾ। ਖਾਲਸਾ ਮੇਰੋ ਰੂਪ ਹੈ ਖਾਸ, ਸੁਣਿਆ ਕਿਸੇ ਨੇ ਸ਼ਬਦ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਦੁਨੀਆ ਦੇ ਵਿੱਚ ਪੈਗੰਬਰ ਬੜੇ ਆਏ, ਚੇਲਾ ਚੇਲਾ ਰਿਹਾ ਤੇ ਗੁਰੂ ਗੁਰੂ ਰਿਹਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਆਖੇ ਨੇ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਜਾਨ ਕੀ ਜਾਨ ਹਉ ਖਾਲਸੇ ਕਾ, ਖਾਲਸਾ ਮੇਰੋ ਕੋਟ ਕੋਟ ਸਾਗਰ ਬੰਦੇਰੋ। ਜਿਵੇਂ ਸਾਹ ਆਉਂਦਾ ਨਾ ਤੇ ਮਨੁੱਖ ਦੀ ਜ਼ਿੰਦਗੀ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਮੇਰੇ ਵਾਸਤੇ ਜਿੰਦ ਜਾਨ ਹੈ, ਖਾਲਸਾ ਮੇਰੋ ਦੇਹ ਔਰ ਸ਼ਾਹ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਅਸੀਸਾਂ, ਇਹ ਬਖਸ਼ਿਸ਼ਾਂ ਜਿਹੜੀਆਂ ਨੇ ਆਪਣੇ ਖਾਲਸੇ ਪੁੱਤਰ ਵਾਸਤੇ ਆਖੀਆਂ ਨੇ। ਔਰ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤ ਛਕ ਕੇ, ਮਰਦ ਪ੍ਰਧਾਨ ਸਮਾਜ ਸੀਗਾ ਨਾ, ਤੇ ਮਰਦ ਪ੍ਰਧਾਨ ਸਮਾਜ ਦੇ ਵਿੱਚ ਜੇ ਕੋਈ ਅੰਮ੍ਰਿਤਧਾਰੀ, ਕੋਈ ਮਰਦ ਭਾਵ ਗੁਰਸਿੱਖ ਪਿਆਰਾ ਹੁੰਦਾ ਹੈ, ਉਹ ਵੀ ਖਾਲਸਾ ਹੈ। ਤੇ ਜੇ ਕੋਈ ਬੱਚੀ ਆਉਂਦੀ ਹੈ, ਉਹ ਵੀ ਖਾਲਸਾ ਹੈ। ਕਿੱਡਾ ਵੱਡਾ ਰੁਤਬਾ ਜਿਹੜਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਰਾਬਰਤਾ ਦਾ ਸਾਨੂੰ ਜਿਹੜਾ ਨਾ ਖਾਸ ਤੌਰ ਤੇ ਧੀਆਂ ਨੂੰ ਦੇ ਦਿੱਤਾ ਹੈ। ਸੋ ਬੜਾ ਮਨ ਗਦਗਦ ਹੋ ਰਿਹਾ, ਬੜਾ ਮਨ ਪ੍ਰਸੰਨ ਹੋ ਰਿਹਾ। ਔਰ ਖੁਸ਼ੀ ਇਸ ਗੱਲ ਦੀ ਹੈ ਕਿ ਸਭ ਤੋਂ ਵੱਧ ਅੱਜ ਗਿਣਤੀ ਜਿਹੜੀ ਹੈ ਨਾ ਅੰਮ੍ਰਿਤ ਦੀ ਦਾਤ ਲੈਣ ਵਾਸਤੇ ਉਹ ਨੌਜਵਾਨ ਧੀਆਂ ਤੇ ਪੁੱਤਰਾਂ ਦੀ ਹੈ। ਇਹ ਬੜੀ ਵੱਡੀ ਬਖਸ਼ਿਸ਼ ਹੈ, ਇਹ ਬੜੀ ਵੱਡੀ ਕਿਰਪਾ ਹੈ। ਔਰ ਇੱਕ ਗੱਲ ਹੋਰ ਯਾਦ ਰੱਖਣੀ ਹੈ, ਸਾਡੇ ਤੇ ਕਰਜ਼ ਹੈ। ਜਦੋਂ ਸਿੱਖ ਪੈਦਾ ਹੁੰਦਾ ਹੈ, ਉਹਦੇ ਸਿਰ ਤੇ ਬੜਾ ਵੱਡਾ ਕਰਜ਼ਾ ਹੈ।
ਉਹ ਕਰਜ਼ਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸਿੱਖੀ ਵਾਸਤੇ ਸਰਬੰਸ ਵਾਰਿਆ ਹੈ। ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹਾਦਤ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੇਜਿਆ। ਉਦੋਂ ਬਾਲ ਉਮਰ ਸੀ, ਗੋਬਿੰਦ ਰਾਏ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਰ ਦੁੱਖ ਝੱਲਿਆ ਹੈ, ਸਾਹਿਬਜ਼ਾਦੇ ਵਾਰੇ ਨੇ। ਤੇ ਇੱਥੋਂ ਤੱਕ ਕਵੀ ਜਨ ਲਿਖਦੇ ਨੇ, ਮਹਾਰਾਜ ਜੀ ਕਹਿੰਦੇ ਨੇ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ, ਆ ਮੇਰਾ ਨਾ ਸੁਖੀ ਬਸੇ ਮੋਰੋ ਪਰਿਵਾਰਾ। ਆ ਸਾਰੇ ਸੁੱਖ ਜਿਹੜੇ ਆ ਮੇਰੇ ਖਾਲਸੇ ਪੁੱਤਰ ਦੀ ਝੋਲੀ ਵਿੱਚ ਪੈਣੇ ਚਾਹੀਦੇ ਆ। ਇਹ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰੀਝ। ਤੇ ਸਾਡੇ ਸਿਰ ਤੇ ਕਰਜ਼ਾ ਹੈ, ਅਸੀਂ ਆਪ ਅੰਮ੍ਰਿਤਧਾਰੀ ਹੋਣਾ ਹੈ ਤੇ ਪੰਜ ਹੋਰ ਪ੍ਰਾਣੀਆਂ ਨੂੰ ਜਿਹੜਾ ਨਾ ਪ੍ਰੇਰ ਕੇ ਗੁਰੂ ਵਾਲੇ ਬਣਾਉਣਾ ਹੈ। ਆਪ ਨਿਤਨੇਮ ਕਰਨਾ ਹੈ, ਬਾਣੀ ਨਾਲ ਜੁੜਨਾ ਹੈ ਤੇ ਜ਼ਰੂਰ ਦੂਸਰਿਆਂ ਨੂੰ ਬਾਣੀ ਨਾਲ ਜੋੜਨਾ ਹੈ। ਇਹ ਸਾਡਾ ਇੱਕ ਮੁੱਢਲਾ ਫਰਜ਼ ਹੈ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਮੇਰੇ ਨਾਲ ਬਹੁਤ ਸਾਰੇ ਗੁਰਮੁਖ ਪਿਆਰੇ ਆਏ ਨੇ, ਜਿਨ੍ਹਾਂ ਵਿੱਚੋਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ, ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਬੈਠ ਕੇ ਕੀਰਤਨ ਕਰਦੇ ਨੇ। ਤੇ ਅਰਦਾਸ ਕਰਿਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਕੀਰਤਨੀਆਂ ਕੋਲ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ। ਸੋ ਇੱਕ ਜਕਾਰਾ ਸਾਰੇ ਨੌਜਵਾਨ ਧੀਆਂ ਤੇ ਬੱਚਿਆਂ ਵਾਸਤੇ ਦਾਸ ਗਜਾਏਗਾ, ਜਵਾਬ ਦੇਣਾ। ਉਸ ਤੋਂ ਬਾਅਦ ਭਾਈ ਜਗਤਾਰ ਸਿੰਘ ਜੀ ਕੁਝ ਬਚਨ ਜਿਹੜੇ ਉਹ ਸਾਂਝੇ ਕਰਨਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। शोभा मेरे लालन की शोभा, शोभा मेरे लालन की शोभा। जोग ज्ञान ध्यान सिखना जोग ज्ञान ध्यान सिखना सगल जपै तिरंगी, सगल जपै तिरंगी। शोभा मेरे लालन की शोभा, शोभा मेरे लालन की शोभा। सदनव तन मन रंगी शोभा, सदनव तन मन रंगी शोभा। शोभा मेरे लालन की शोभा, शोभा मेरे लालन की शोभा। कहो नानक
शोभा मेरे लालन की शोभा। ਵਾਹਿਗੁਰੂ ਜੀ ਕੀ ਫਤਿਹ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਪੀਵੋ ਪਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰਚੇਲਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਇਹ ਆਪ ਜੀ ਨੂੰ ਇੱਕ ਅਵਸਰ ਮਿਲਿਆ ਸਿੱਖ ਪੰਥ ਦੇ ਅੰਦਰ ਸ਼ਾਮਲ ਹੋਣ ਦਾ। ਸਿੱਖ ਕੌਮ ਦੇ ਅੰਦਰ ਸਾਡੇ 4 ਸੰਸਕਾਰ ਨੇ। ਇੱਕ ਸਾਡਾ ਜਨਮ ਸੰਸਕਾਰ ਹੈ। ਖਾਲਸਾ ਜਦੋਂ ਆਪਣਾ ਜਨਮ ਦਿਹਾੜਾ ਮਨਾਉਂਦਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕਰਕੇ ਉਹ ਲੰਬੇ ਸਮੇਂ ਤੋਂ ਜੋ ਬੜਾ ਲੰਬਾ ਸਮਾਂ ਸਫ਼ਰ ਮੈਂ ਤੈਅ ਕਰਕੇ ਆਇਆ। ਕਈ ਜਨਮ ਭੇ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਉਹ ਲੰਬੇ ਸਮੇਂ ਤੋਂ हे ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਬਖਸ਼ਿਸ਼ ਕਰਕੇ ਮੈਨੂੰ ਇਨਸਾਨੀ ਜਾਮਾ ਬਖਸ਼ਿਸ਼ ਕੀਤਾ। ਉਸ ਤੋਂ ਵੀ ਵੱਧ ਕੇ ਅਸੀਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਕਰਦੇ ਹਾਂ ਕਿ ਸਾਨੂੰ ਐਸਾ ਸਿਧਾਂਤ, ਗੁਰੂ ਨਾਨਕ ਦਾ ਇਤਿਹਾਸ, ਗੁਰੂ ਨਾਨਕ ਦੀ ਫਿਲਾਸਫੀ, ਸਿੱਖ ਧਰਮ ਦੀ ਫਿਲਾਸਫੀ ਦੇ ਵਿੱਚ ਰਹਿਣ ਦਾ ਜੀਵਨ ਅਵਸਰ ਮਿਲਿਆ। ਅਸੀਂ ਸਿੱਖ ਘਰਾਣਿਆਂ ਦੇ ਅੰਦਰ ਸਾਡਾ ਜਨਮ ਹੋਇਆ। ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ। ਇਹ ਖਾਲਸੇ ਦਾ ਜਨਮ ਸੰਸਕਾਰ ਹੈ। ਉਸ ਤੋਂ ਬਾਅਦ ਸਾਡੀ ਜ਼ਿੰਦਗੀ ਦੀ ਆਰੰਭਤਾ ਹੁੰਦੀ ਹੈ ਇਸ ਮਾਤ ਲੋਕ ਦੇ ਅੰਦਰ। ਤਾਂ ਅਸੀਂ ਸਾਡਾ ਦੂਸਰਾ ਜੋ ਸੰਸਕਾਰ ਹੈ ਸਿੱਖ ਕੌਮ ਦੇ ਅੰਦਰ, ਉਹ ਅੰਮ੍ਰਿਤ ਸੰਸਕਾਰ ਹੈ। ਜਦੋਂ ਵੀ ਅਸੀਂ ਸਿੱਖ ਕੌਮ ਦੇ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਉਸ ਤੋਂ ਪਹਿਲਾਂ ਸਾਨੂੰ ਅੰਮ੍ਰਿਤ ਦੀ ਦਾਤ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸਿੱਖ ਕੌਮ ਨੂੰ, ਖਾਲਸਾ ਅੰਮ੍ਰਿਤ ਦੀ ਦਾਤ ਅੰਮ੍ਰਿਤ ਛਕ ਕੇ ਆਪਣੇ ਜੀਵਨ ਦੀ ਆਰੰਭਤਾ ਕਰਦਾ। ਤਾਂ ਅੱਜ ਆਪ ਜੀ ਨੂੰ ਉਹ ਅਵਸਰ ਮਿਲਿਆ। ਉਹ ਵੱਖਰੀ ਗੱਲ ਹੈ ਕਿ ਸਾਡੀ ਆਯੂ ਕਿਸੇ ਦੀ 20 ਸਾਲ ਹੋ ਗਈ, ਕਿਸੇ ਦੀ 30 ਸਾਲ ਹੋ ਗਈ, 10 ਸਾਲ ਹੋ ਗਈ, 5 ਸਾਲ ਹੋ ਗਏ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਹੁਣ ਸੋਝੀ ਬਖਸ਼ਿਸ਼ ਕੀਤੀ ਹੈ ਸਾਡੀ ਖਾਲਸਾ ਪੰਥ ਦੇ ਅੰਦਰ ਅੱਜ ਦਾਖਲਾ ਹੋਣਾ ਆਪ ਜੀ ਦਾ। ਆਪ ਜੀ ਨੇ ਅੰਮ੍ਰਿਤ ਦੀ ਦਾਤ ਲੈ ਕੇ ਆਪਣੀ ਰੂਹਾਨੀਅਤ ਜੀਵਨ ਦੀ ਆਰੰਭਤਾ, ਜਨਮ ਸੰਸਕਾਰ ਸਾਡਾ ਹੋਇਆ 10 ਸਾਲ ਪਹਿਲਾਂ। ਜਨਮ ਸਰੀਰਕ ਤੌਰ ਦੇ ਉੱਤੇ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਕਿਸੇ ਦੀ 20 ਸਾਲ ਆਯੂ ਹੈ, ਪਰ ਰੂਹਾਨੀਅਤ ਜੀਵਨ ਅੱਜ ਜੋ ਆਰੰਭਤਾ ਸਾਡੀ ਸਿੱਖ ਕੌਮ ਦੇ ਅੰਦਰ, ਉਹ ਅੱਜ ਸਾਡੀ ਆਪ ਜੀ ਨੇ ਅੰਮ੍ਰਿਤ ਦੀ ਦਾਤ ਲੈ ਕੇ 5 ਸਾਹਿਬਾਨ ਨੇ, 5 ਸਿੰਘ ਸਾਹਿਬਾਨ ਨੇ, ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਿਰਜਣਾ ਕੀਤੀ ਸੀ। ਆਪ ਜੀ ਨੂੰ ਅੱਜ ਇਹ ਅਵਸਰ ਮਿਲਿਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਪ ਜੀ ਨੇ ਸ਼ੁਕਰਾਨਾ ਕਰਨਾ। ਜਦੋਂ ਆਪ ਜੀ ਨੇ ਗੁਰੂ ਦੇ ਸਨਮੁਖ ਜਾਣਾ, ਮੱਥਾ ਟੇਕ ਕੇ ਅਰਦਾਸ ਕਰਨੀ ਹੈ, ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਤਰਸ ਕਰਕੇ, ਮਿਹਰਮਤ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ, ਸਾਡੇ ਸਿਰ ਤੇ ਹੱਥ ਰੱਖਿਆ ਕਿ ਸਾਨੂੰ ਅੱਜ ਇਹ ਅਵਸਰ ਮਿਲਿਆ ਕਿ ਅਸੀਂ ਖਾਲਸਾ ਪੰਥ ਦੇ ਵਿੱਚ ਅੱਜ ਸ਼ਾਮਲ ਹੋ ਰਹੇ ਹਾਂ। ਔਰ ਇਹ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ, ਸਾਡੀ ਇਹ ਜੋ ਸਿੱਖੀ ਹੈ ਇਹ ਆਪ ਜੀ ਕੇਸਾਂ ਸਵਾਸਾਂ ਸੰਗ ਨਿਭਾਣੀ ਸਾਡੀ ਜ਼ਿੰਦਗੀ ਜਿਤਨੀ ਹੈ, ਇਹ ਆਪ ਜੀ ਨੇ ਸਾਡੇ ਅੰਗ ਸੰਗ ਸਹਾਈ ਹੋਣਾ ਤਾਂ ਕਿ ਅਸੀਂ ਇਸ ਖਾਲਸਾ ਪੰਥ ਦੇ ਵਿੱਚ ਰਹਿ ਕੇ ਆਪਣੇ ਜੀਵਨ ਜੁਗਤ ਦੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਗਵਾਈ ਦੇ ਵਿੱਚ ਅਸੀਂ ਆਪਣਾ ਜੀਵਨ ਬਸਰ ਕਰ ਸਕੀਏ। ਇਹ ਅਰਦਾਸ ਜ਼ਰੂਰ ਕਰਕੇ ਜਾਣਾ। ਜਿੱਥੇ ਅਸੀਂ ਆਪਣੀ ਦੁਨਿਆਵੀ ਅਰਦਾਸ ਕਰਦੇ ਹਾਂ, ਕਈ ਮੰਗਾਂ ਸਾਡੀਆਂ ਸੰਸਾਰਿਕ ਤੌਰ ਦੇ ਉੱਤੇ ਬਹੁਤ ਸਾਰੀਆਂ ਹੁੰਦੀਆਂ, ਪਰ ਇਹ ਅਰਦਾਸ ਜ਼ਰੂਰ ਕਰਨੀ ਹੈ ਸੱਚੇ ਪਾਤਸ਼ਾਹ ਆਪ ਜੀ ਨੇ ਟੁੱਟ ਕੇ ਅੱਜ ਇਹ ਬਖਸ਼ਿਸ਼ ਕੀਤੀ ਹੈ। ਅਸੀਂ ਆਪਣਾ ਜੀਵਨ ਜਿਤਨੀ ਜ਼ਿੰਦਗੀ ਹੈ ਇਹ ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਅਨੁਕੂਲ ਆਪਣਾ ਜੀਵਨ ਬਤੀਤ ਕਰਕੇ ਬਸਰ ਕਰਕੇ ਅਸੀਂ ਸੰਸਾਰ ਦੇ ਵਿੱਚੋਂ ਆਪਣਾ ਜੀਵਨ ਸੁਰਖਰੂ ਹੋ ਕੇ ਜਾਈਏ। ਉਹਦੇ ਨਾਲ ਤੀਸਰਾ ਸੰਸਕਾਰ ਸਾਡਾ ਆਨੰਦਕਾਰੀ ਸੰਸਕਾਰ ਹੈ। ਜੇ ਸਾਡਾ ਦੂਸਰਾ ਸੰਸਕਾਰ, ਜੇ ਅਸੀਂ ਅੰਮ੍ਰਿਤ ਦੀ ਦਾਤ ਨਹੀਂ ਪ੍ਰਾਪਤ ਕੀਤੀ ਤਾਂ ਗੁਰੂ ਤੋਂ ਸਾਨੂੰ ਬਖਸ਼ਿਸ਼ ਉਹ ਵਾਲੀ ਨਹੀਂ ਪ੍ਰਾਪਤ ਹੋ ਸਕਦੀ। ਗੁਰੂ ਸਾਡੇ ਤੇ ਉਦੋਂ ਤਰੁੱਠਦੇ ਨੇ ਜਦੋਂ ਅਸੀਂ ਗੁਰੂ ਦੇ ਅਨੁਕੂਲ ਆਪਣੇ ਜੀਵਨ ਬਸਰ ਕਰਦੇ ਹਾਂ। ਦੂਜਰੇ ਸੰਸਾਰ ਜੋ ਆਪ ਜੀ ਅੱਜ ਆਨੰਦਕਾਰੀ ਸੰਸਕਾਰ, ਤੀਸਰਾ ਜੋ ਸੰਸਕਾਰ ਹੈ ਉਹ ਉਦੋਂ ਸੰਪੂਰਨ ਹੁੰਦਾ, ਉਦੋਂ ਉਹ ਲਾਭਦਾਇਕ ਹੁੰਦਾ ਕਿ ਜਦੋਂ ਅਸੀਂ ਅੰਮ੍ਰਿਤ ਸੰਸਕਾਰ ਦੇ ਵਿੱਚ ਜੋ ਜੀਵਨ ਯੁਗ ਸਾਨੂੰ ਗੁਰੂ ਸਾਹਿਬ ਇੱਥੋਂ ਦਿੰਦੇ ਨੇ, ਜੋ 5 ਸਿੰਘ ਸਾਹਿਬਾਨ ਨੇ ਅੱਜ
ਜੀਵਨ ਜੁਗਤ ਆਪ ਜੀ ਨੂੰ ਦੱਸਣੀ ਆ, ਉੱਥੇ ਆਪ ਜੀ ਨੂੰ ਦਰਸਾਉਣਾ। ਆਪ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਉਸ ਪੰਥ ਦੇ ਵਿੱਚ ਸ਼ਾਮਿਲ ਹੋਣਾ। ਉਹ ਜੀਵਨ ਜੁਗਤ ਤੁਹਾਡੇ ਅਗਲੇ ਜੀਵਨ ਦੇ ਵਿੱਚ ਜੋ ਤੀਸਰਾ ਸੰਸਕਾਰ ਹੈ ਉਹ ਸਫਲ ਜੀਵਨ ਹੋਣਾ। ਉਸ ਦੇ ਨਾਲ ਹੀ ਚੌਥਾ ਸੰਸਕਾਰ ਸਾਡਾ ਅੰਮ੍ਰਿਤ ਸੰਸਕਾਰ ਹੈ। ਉੱਥੇ ਵੀ ਖਾਲਸਾ ਆਨੰਦ ਸਾਹਿਬ ਦੇ ਪਾਠ ਦੇ ਨਾਲ ਆਪਣੇ ਜੀਵਨ ਦਾ ਨਿਰਵਾਹ ਕਰਦਾ ਹੈ ਔਰ ਇਹ ਅਰਦਾਸ ਕਰਦਾ ਸੱਚੇ ਪਾਤਸ਼ਾਹ ਜਿਤਨਾ ਜੀਵਨ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਉਹ ਸੰਸਾਰ ਦੇ ਅੰਦਰ ਵਿਚਰਦਿਆਂ ਆਪ ਜੀ ਦੀ ਬਾਣੀ ਅਨੁਸਾਰ ਆਪ ਜੀ ਜੋ ਹੁਕਮ ਕੀਤਾ ਹੈ ਉਸ ਨੂੰ ਭੋਗਦਿਆਂ ਹੋਇਆਂ ਸੁਰਖਰੂ ਹੋ ਕੇ ਉਸ ਬੇਗਮਪੁਰੇ ਸ਼ਹਿਰ ਕੋ ਨਾਮ ਦਾ ਜਿਹੜਾ ਅਸਥਾਨ ਆ ਉਹਦਾ ਵਾਰਸ ਜੋ ਹੈ ਉਹ ਖਾਲਸਾ ਹੈ। ਅਸੀਂ ਉਸ ਦੇ ਵਾਰਸ ਹਾਂ। ਇਸ ਕਰਕੇ ਆਪ ਜੀ ਬਹੁਤ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੂੰ ਇਹ ਅਵਸਰ ਮਿਲਿਆ ਅੱਜ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ। ਇਹ ਸਤਿਗੁਰ ਦਾ ਕੋਟਾਨ ਕੋਟ ਸ਼ੁਕਰ ਆਪ ਜੀ ਨੇ ਕਰਨਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ। मैं चारे कुंड आलिया तुद जेवट ना साइया। मैं चारे कुंड पालिया तुद जेवट ना साइया। मैं दसे हो मार्ग संतो हो, मैं दसे हो मार्ग संतो हो, क्यों प्रभु मिलाया। मैं चारे कुंडा पालिया तुद जेवट ना साइया। मैं चारे कुंडा पालिया तुद जेवट ना साइया। मैं दसे हो मार्ग संतो हो, मैं दसे हो मार्ग संतो हो, क्यों प्रभु मिलाया। मैं चारे कुंडा पालिया तुद जेवट ना साइया। मैं चारे कुंडा पालिया तुद जेवट ना साइया। मन लोचे हर मिलन को, क्यों दर्शन पाया। मन लोचे हर मिलन को, क्यों दर्शन पाया। मैं लख विड़ते साहिबा जे बिंद बोलाया। मैं लख विड़ते साहिबा जे बिंद बोलाया। ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਿਚਾਰ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਸਰਦਾਰ ਬਲਵੰਤ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਦੱਸਿਆ ਹੈ, ਕਿਉਂਕਿ ਵਿਚਾਰਾਂ ਭਾਈ ਰੁਪਿੰਦਰ ਸਿੰਘ ਜੀ ਇੰਚਾਰਜ ਸਿੱਖ ਮਿਸ਼ਨ ਇਹਨਾਂ ਨੇ ਵੀ ਆਪ ਜੀ ਨਾਲ ਕੀਤੀਆਂ ਹਨ। ਮੈਂ ਟੁਕ ਮਾਤਰ ਜੀ ਵਿਚਾਰ ਇਹ ਰੱਖਣੀ ਆਪ ਜੀ ਦੇ ਸਾਹਮਣੇ ਕਿ ਇਹ ਜਿਹੜੇ ਬੱਚੇ ਤੁਸੀਂ ਬੈਠੇ ਹੋ ਅੱਜ ਤੁਸੀਂ ਖਾਲਸਾ ਪੰਥ ਦਾ ਜਿਹੜਾ ਸਕੂਲ ਹੈ ਉਸ ਦੇ ਅੰਦਰ ਦਾਖਲਾ ਲੈ ਰਹੇ ਹੋ। ਹੋਰ ਬਹੁਤ ਸਾਰੇ ਤੁਸੀਂ ਧੀਆਂ ਸਾਡੀਆਂ ਭੈਣਾਂ ਜਿਹੜੀਆਂ ਬੈਠੀਆਂ ਹਨ, ਕਿਉਂਕਿ ਇਹ ਦੁਨੀਆ ਦਾ ਮੈਂ ਸਮਝਦਾ ਕਿ ਸਭ ਤੋਂ ਵੱਡਾ ਸਕੂਲ ਹੈ। ਜਿਸ ਤਰ੍ਹਾਂ ਤੁਸੀਂ ਸਕੂਲ ਦੇ ਅੰਦਰ ਪੜ੍ਹਦੇ ਹੋ, ਅਗਰ ਤੁਸੀਂ ਸਕੂਲ ਦੇ ਅੰਦਰ ਐਡਮਿਸ਼ਨ ਨਹੀਂ ਲੈਂਦੇ, ਭਾਵੇਂ ਤੁਸੀਂ ਸਾਰੀਆਂ ਕਿਤਾਬਾਂ ਪੜ੍ਹ ਲਓ, ਪੇਪਰ ਵੀ ਦੇ ਲਓ, ਪਰ ਤੁਹਾਨੂੰ ਡਿਗਰੀ ਨਹੀਂ ਮਿਲ ਸਕਦੀ ਜਦ ਤੱਕ ਤੁਸੀਂ ਦਾਖਲਾ ਨਹੀਂ ਲਿਆ। ਜਦੋਂ ਤੁਸੀਂ ਸਕੂਲ ਦੇ ਅੰਦਰ ਦਾਖਲਾ ਲੈ ਲਿਆ, ਉਸ ਤੋਂ ਬਾਅਦ ਜਿਹੜੇ ਤੁਹਾਡੇ ਜੀਵਨ ਵਿੱਚ ਕੀਤੇ ਚੰਗੇ ਕੰਮ ਹਨ ਉਹ ਗੁਰੂ ਦੇ ਲੇਖੇ ਲੱਗਦੇ ਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਧਿਆਨ ਦੇ ਨਾਲ ਕਿ ਇਹ ਜਿਹੜੇ ਬੱਚੇ ਬੈਠੇ ਹਨ ਨਾ, ਤੇ ਮਹਿਸੂਸ ਕਰਕੇ ਦੇਖੀਏ
क्योंकि माँ ਜਿਹੜੀ ਹੈ ਨਾ ਬੱਚੇ ਦਾ ਦਰਦ ਮਹਿਸੂਸ ਕਰਦੀ ਹੈ, ਉਸ ਦੇ ਅੰਦਰ ਪਰਮਾਤਮਾ ਨੇ ਮਮਤਾ ਪਾਈ ਹੈ ਤੇ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਅਗਰ ਮਮਤਾ ਨਹੀਂ ਹੋਵੇ ਤੇ ਫਿਰ ਬੱਚੇ ਦੀ ਪਰਵਰਿਸ਼ ਉਸ ਤਰ੍ਹਾਂ ਨਹੀਂ ਹੋ ਸਕਦੀ ਜਿਸ ਤਰ੍ਹਾਂ ਮਾਂ ਕਰਨਾ ਚਾਹੁੰਦੀ ਹੈ। ਸੋ ਇੰਨੀ ਉਮਰ ਦੇ ਹੀ ਸਾਡੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਅੱਜ ਪੂਰਾ ਪੰਥ ਉਹਨਾਂ ਦੇ ਅੱਗੇ ਸਿਰ ਝੁਕਾਉਂਦਾ ਹੈ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਪਰ ਛੋਟੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਨਿੱਕੀਆਂ ਜਿੰਦਾਂ ਵੱਡੇ ਸਾਕੇ, ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਹੋ ਜਿਹੇ ਹੋਣਗੇ ਜਿਸ ਤਰ੍ਹਾਂ ਅੱਜ ਵੀਰ ਨੇ ਛੋਟੇ ਮੇਰੇ ਅਜ਼ੀਜ਼ ਨੇ ਦਸਤਾਰ ਬੰਨੀ ਹੈ। ਉਹ ਕਿਹੜੀ ਕਚਹਿਰੀ ਵਿੱਚ ਅੱਜ ਛੋਟਾ ਜਿਹਾ ਸਾਨੂੰ ਕੋਈ ਵਿਪਤਾ ਬਣ ਜਾਏ ਤੇ ਅਸੀਂ ਕਿਤੇ ਕਚਹਿਰੀ ਵਿੱਚ ਅੱਜ ਥਾਣੇ ਜਾਣਾ ਪੈ ਜਾਏ ਤੇ ਅਸੀਂ ਕਿਸ ਤਰ੍ਹਾਂ ਵੱਡੇ ਵਡੇਰੇ ਅਸੀਂ ਡਰ ਜਾਂਦੇ ਆ, ਤਾਂ ਪਰ ਉਹਨਾਂ ਦੇ ਅੰਦਰ ਕਿਹੜਾ ਜਾਹੋ ਜਲਾਲ ਸੀ, ਕਿਹੜੀ ਤਾਕਤ ਸੀ, ਉਹ ਸੀ ਦਸਮ ਪਾਤਸ਼ਾਹ ਦਾ ਥਾਪੜਾ। ਉਹੀ ਥਾਪੜਾ ਅੱਜ ਇਹਨਾਂ ਬੱਚਿਆਂ ਨੂੰ ਭਾਵੇਂ ਕੋਈ ਵੱਡੀ ਉਮਰ ਦਾ ਹੈ ਤੁਹਾਨੂੰ ਮਿਲਣਾ ਹੈ। ਸੋ ਬੇਨਤੀ ਹੈ ਕਿ ਅੱਜ ਤੁਹਾਨੂੰ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ੇਸ਼ ਕਰਕੇ ਜਿਹੜੇ 5 ਸਿੰਘ ਸਾਹਿਬਾਨ, ਕਿਉਂਕਿ ਗੁਰੂ ਸਾਹਿਬ ਨੇ ਪਹਿਲੇ 5 ਪਾਸੋਂ ਆਪ ਖੰਡੇ ਬਾਟੇ ਦੀ ਪੋਲ ਨੂੰ ਲਿਆ, ਫਿਰ ਪਹਿਲੇ ਉਹਨਾਂ ਨੂੰ ਦਿੱਤਾ ਤੇ ਫਿਰ ਉਸ ਤੋਂ ਬਾਅਦ ਆਪ ਖੰਡੇ ਬਾਟੇ ਦੀ ਪੋਲ ਨੂੰ ਲਿਆ। ਵਾਏ ਦੁਨੀਆ ਵਿੱਚ ਇੱਕ ਐਸਾ ਪੈਗੰਬਰ ਵਾਲੀ ਹੋਵੇਗਾ ਕਿ ਜਿਹੜਾ ਆਪ ਗੁਰੂ ਵੀ ਹੈ ਤੇ ਆਪ ਚੇਲਾ ਵੀ ਹੈ। ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਇਸ ਲਈ ਆਪ ਸਾਰਿਆਂ ਨੂੰ ਮੁਬਾਰਕ ਹੈ। ਜਿਸ ਤਰ੍ਹਾਂ ਸਿੰਘ ਸਾਹਿਬਾਨ ਜੀ ਆਪ ਜੀ ਨੂੰ ਮਰਿਆਦਾ ਦੱਸਣਗੇ, ਤੁਸੀਂ ਅੰਮ੍ਰਿਤ ਛਕਣ ਤੋਂ ਬਾਅਦ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਸ ਪੂਰੀ ਮਰਿਆਦਾ ਨੂੰ ਨਿਭਾਉਣਾ ਹੈ। ਉਸ ਤੋਂ ਬਾਅਦ ਕੋਸ਼ਿਸ਼ ਕਰਨੀ ਹੈ, ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਇਹ ਤੁਹਾਡੀ ਡਿਊਟੀ ਬਣ ਜਾਏਗੀ ਅੱਜ ਤੋਂ ਬਾਅਦ ਕਿ ਤੁਸੀਂ ਖੰਡੇ ਬਾਟੇ ਦੀ ਜਿਹੜਾ ਅੰਮ੍ਰਿਤ ਛਕਣਾ ਹੈ, ਤੇ ਉਸ ਤੋਂ ਬਾਅਦ ਆਪਣਾ ਫਰਜ਼ ਤੁਹਾਡਾ ਬਣਦਾ ਕਿ ਤੁਸੀਂ 5 ਪ੍ਰਾਣੀਆਂ ਨੂੰ ਅੱਗੇ ਪ੍ਰੇਰਨਾ ਹੈ ਕਿ ਆਓ ਭਾਈ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈ ਲਈਏ। ਤੇ ਸਭ ਤੋਂ ਵਿਸ਼ੇਸ਼ ਮੁਬਾਰਕ ਇਸ ਵਿੱਚ ਜਿਨ੍ਹਾਂ ਨੂੰ ਅਸੀਂ, ਕਿਉਂਕਿ ਗੁਰਬਾਣੀ ਕਹਿੰਦੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਕੋਈ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ ਹੈ, ਕੋਈ ਸਿੱਖ ਨਹੀਂ ਹੈ, ਸਾਰੇ ਇੱਕੋ ਪਰਮਾਤਮਾ ਦੀ ਜੋਤ ਆ। ਪਰ ਦੁਨੀਆ ਦੇ ਅੰਦਰ ਆਪਣੇ ਆਪਣੇ ਧਰਮਾਂ ਵਿੱਚ ਸਾਨੂੰ ਪਰਮਾਤਮਾ ਨੇ ਜਨਮ ਦਿੱਤਾ ਹੈ ਤੇ ਆਪਣੇ ਧਰਮ ਵਿੱਚ ਰਹਿ ਕੇ ਉਸ ਧਰਮ ਦੇ ਕਾਇਦੇ ਕਾਨੂੰਨ ਨਿਭਾਉਣਾ ਸਾਡਾ ਫਰਜ਼ ਹੈ। ਹਿੰਦੂ ਵੀਰਾਂ ਨੂੰ ਹਿੰਦੂ ਧਰਮ ਮੁਬਾਰਕ ਹੈ, ਮੁਸਲਮਾਨ ਵੀਰਾਂ ਨੂੰ ਮੁਸਲਮਾਨ ਧਰਮ ਮੁਬਾਰਕ ਹੈ। ਪਰ ਅੱਜ ਸਾਡੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਆਈਆਂ ਹਨ, ਪਿਛਲੇ ਦਿਨਾਂ ਵਿੱਚ ਜਿਹੜਾ ਮਾਤਾ ਸਾਹਿਬ ਕੌਰ ਗਰਲਸ ਕਾਲਜ ਵਿੱਚ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਪਹਿਲੀ ਵਾਰ ਜੰਮੂ ਕਸ਼ਮੀਰ ਵਾਸਤੇ 200 ਅੰਮ੍ਰਿਤਧਾਰੀ ਬੱਚਿਆਂ ਲਈ ਫ੍ਰੀ ਵਿੱਦਿਆ ਦਾ ਜਿਹੜਾ ਕੋਟਾ ਔਰੇ ਪੱਕਾ ਸਾਡੇ ਜੰਮੂ ਕਸ਼ਮੀਰ ਦੀ ਝੋਲੀ ਵਿੱਚ ਪਾਇਆ ਗਿਆ ਹੈ। ਉਸ ਵਿੱਚ 10ਵੀਂ ਤੋਂ ਬਾਅਦ ਅਗਰ ਬੱਚੀ ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਰੱਖਣਾ ਚਾਹੁੰਦੀ ਹੈ, 12ਵੀਂ ਜਿਨ੍ਹਾਂ ਬੱਚੀਆਂ ਨੇ 12ਵੀਂ ਕੀਤੀ ਹੈ, 12ਵੀਂ ਤੋਂ ਬਾਅਦ ਅਗਰ ਬੱਚੀ BSc, ਸਿੰਪਲ BA, BTech, BBA ਅਗਰ ਕਿਸੇ ਤਰੀਕੇ ਦੀ ਵੀ ਪੜ੍ਹਾਈ ਕਰਨਾ ਚਾਹੁੰਦੀ ਹੈ, ਉਹ ਫ੍ਰੀ ਆਫ ਕਾਸਟ ਉੱਥੇ ਮਾਤਾ ਸਾਹਿਬ ਕੌਰ ਗਰਲਸ ਕਾਲਜ ਬਠਿੰਡਾ ਵਿਖੇ ਉਹਦੀ ਹੋਸਟਲਿੰਗ ਵੀ ਫ੍ਰੀ ਹੈ ਟੋਟਲ। ਔਰ ਉੱਥੋਂ ਦੀਆਂ ਜਿਹੜੀਆਂ ਬੱਚੀਆਂ ਤੁਸੀਂ ਜਾ ਕੇ ਵੇਖੋਗੇ ਕਿ ਉਹ ਬੱਚੀਆਂ ਨੈਸ਼ਨਲ ਲੈਵਲ ਤੇ ਗੱਤਕਾ ਖੇਲ ਕੇ ਆਈਆਂ ਨੇ। ਉੱਥੋਂ ਦੀਆਂ ਬੱਚੀਆਂ ਜਿਸ ਤਰ੍ਹਾਂ ਵੀਰ ਜੀ ਦੱਸ ਰਹੇ ਸਨ ਕਿ ਉੱਥੇ ਦੇ ਆਪ ਜਿੱਥੇ ਦੁਨਿਆਵੀ ਪੜ੍ਹਾਈ ਕਰ ਰਹੀਆਂ ਹਨ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਵੀ ਕਰਦੀਆਂ ਹਨ। ਸੋ ਸਾਡੀਆਂ ਜਿਹੜੀਆਂ ਮੇਰੀਆਂ ਛੋਟੀਆਂ ਭੈਣਾਂ ਜਾਂ ਮੇਰੀ ਤੋਂ ਵੱਡੀ ਉਮਰ ਦੇ ਜਿਹੜੇ ਤੁਸੀਂ ਮਾਤਾਵਾਂ ਭੈਣਾਂ, ਤੁਹਾਡੇ ਤੇ ਕੌਮ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇੱਕ ਅੱਜ ਛੋਟੀ ਭੈਣ ਹੈ, ਕੱਲ੍ਹ ਨੂੰ ਜਾ ਕੇ ਇਸੇ ਨੇ ਹੀ ਕਿਸੇ ਦੀ ਧਰਮ ਸੁਪਤਨੀ ਬਣਨਾ ਹੈ ਤੇ ਇਸੇ ਨੇ ਇੱਕ ਮਾਂ ਬਣਨਾ ਹੈ। ਮੈਂ ਸਮਝਦਾ ਕਿ ਇਸ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤੇ ਤੁਹਾਡੇ ਵਿੱਚੋਂ ਮਾਵਾਂ ਸਨ। ਇਹ ਧਿਆਨ ਦੇਣਾ ਜੀ, ਇਹ ਛੋਟੀਆਂ ਮੇਰੀਆਂ ਭੈਣਾਂ, ਕਿ ਸਾਡੇ ਪੁਰਾਤਨ ਇਤਿਹਾਸ ਹੈ ਕਿ ਸਾਡੀਆਂ ਮਾਵਾਂ ਦੇ ਸਾਹਮਣੇ 4-4 ਸਾਲ ਕਈ ਮਹੀਨਿਆਂ ਦੇ ਬੱਚਿਆਂ ਦੇ ਟੋਟੇ ਕਰਕੇ ਹਾਰ ਉਹਨਾਂ ਦੇ ਗਲਾਂ 'ਚ ਪਵਾਏ ਗਏ, ਪਰ ਉਹ ਸਿੱਖੀ ਸਿਦਕ ਤੋਂ ਨਹੀਂ ਡੋਲੀਆਂ। ਇਹ ਸਾਡੇ ਇਤਿਹਾਸ 'ਚੋਂ ਮਾਵਾਂ ਸਨ ਤੇ ਤੁਸੀਂ ਕੋਸ਼ਿਸ਼ ਕਰਨਾ ਹੈ ਮਾਤਾ ਸਾਹਿਬ ਕੌਰ ਦੇ ਵਿਰਸੇ ਦੇ ਵਾਰਿਸ ਬਣਨਾ ਹੈ। ਅੱਜ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਗੁਰੂ ਸਿੰਘ ਸਭਾ ਚੱਠਾ ਮਿਲ ਦੀ ਸਮੁੱਚੀ ਪ੍ਰਬੰਧਕ ਕਮੇਟੀ, ਜਿਸ ਤਰ੍ਹਾਂ ਵੀਰ ਬਲਵੰਤ ਸਿੰਘ ਜੀ ਬੋਲ ਕੇ ਗਏ ਹਨ, ਇਹਨਾਂ ਸਾਰਿਆਂ ਨੂੰ ਵਧਾਈ ਹੈ ਕਿਉਂਕਿ ਇਹ ਜਿਹੜਾ ਉਪਰਾਲਾ ਵਿਸ਼ੇਸ਼ ਕਰਕੇ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਬੱਚੀਆਂ ਨੇ ਉੱਥੇ ਐਡਮਿਸ਼ਨ ਕਾਲਜ ਵਿੱਚ ਪਿਛਲੇ ਦਿਨਾਂ ਵਿੱਚ ਕਾਉਂਸਲਿੰਗ ਹੋਈ ਹੈ ਤੇ ਉੱਥੇ ਪਹਿਲਾ ਜਿਹੜਾ ਰੂਲ ਦਾ ਕ੍ਰਾਈਟੇਰੀਆ ਬਣਾਇਆ ਗਿਆ ਸੀ ਕਿ ਅੰਮ੍ਰਿਤਧਾਰੀ ਬੱਚੀ, ਉਹਨਾਂ ਬੱਚੀਆਂ ਨੂੰ ਖੰਡੇ ਬਾਟੇ ਦੀ ਪੋਲ ਦੇਣ ਲਈ ਇਹ ਅੰਮ੍ਰਿਤ ਸੰਚਾਰ ਰੱਖਿਆ ਗਿਆ ਸੀ। ਪਰ ਇਸ ਵਿੱਚ ਬੜੀ ਮੁਬਾਰਕ ਦੀ ਗੱਲ ਹੈ
ਕਿ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਹਰਪਿੰਦਰ ਸਿੰਘ ਜੀ, ਜਿਹੜੇ ਕਰੋਨਾ ਕਾਲ ਵਿੱਚ ਵੀ ਨਿਰੰਤਰ ਉਹਨਾਂ ਨੇ ਸਾਰੀਆਂ ਸੇਵਾਵਾਂ ਨਿਭਾਈਆਂ। ਇਹਨਾਂ ਦੀ ਪੂਰੀ ਟੀਮ, ਸਾਰੀ ਟੀਮ ਹੈ, ਨਾਮ ਮੇਰੇ ਨਾਲ ਵੀਰ ਹਰਵਿੰਦਰ ਸਿੰਘ ਜੀ, ਸਾਰੇ ਵੀਰ ਜੀ ਖੜੇ ਹਨ, ਭਾਈ ਮੋਹਨ ਸਿੰਘ ਜੀ, ਸਾਰੀ ਟੀਮ ਨੇ ਬੜਾ ਵਰਕ ਕਰਕੇ ਅੱਜ 100 ਦੇ ਕਰੀਬ ਪ੍ਰਾਣੀ ਹਨ ਜਿਹੜੇ ਅੱਜ ਗੁਰੂ ਸਾਹਿਬ ਦੇ ਸਕੂਲ ਵਿੱਚ ਦਾਖਲਾ ਲੈ ਰਹੇ ਹਨ। ਸੋ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ। ਖਾਸ ਕਰਕੇ ਬੱਚਿਆਂ ਨੂੰ ਇਹ ਗੱਲ ਕਹਿ ਦਈਏ ਕਿ ਤੁਸੀਂ ਅੱਜ ਗੁਰੂ ਸਾਹਿਬ ਦੇ ਸਕੂਲ ਵੀ ਦਾਖਲਾ ਲੈਣ ਤੋਂ ਬਾਅਦ ਕਿਸੇ ਬੱਚੇ ਨੂੰ ਵੀ, ਜਿਹੜੇ ਭਾਵੇਂ ਉਸ ਕਾਲਜ ਵਿੱਚ ਨਹੀਂ ਵੀ ਜਾ ਰਹੇ, ਪੜ੍ਹਾਈ ਦੇ ਖੇਤਰ ਵਿੱਚ ਕਿਸੇ ਤਰੀਕੇ ਦੀ ਕੋਈ ਹੈਲਪ ਚਾਹੀਦੀ ਹੈ, ਦੇਖੋ ਜ਼ਰੂਰੀ ਹੈਲਪ ਇਹ ਨਹੀਂ ਹੁੰਦੀ ਕਿ ਅਸੀਂ ਤੁਹਾਨੂੰ ਪੈਸੇ ਵੀ ਦੇ ਦਿਆਂਗੇ, ਅਸੀਂ ਤੁਹਾਨੂੰ ਚੰਗੀ ਸਲਾਹ ਦੇ ਸਕਦੇ ਹਾਂ। ਅਸੀਂ ਆਪਣੇ ਕੋਲੋਂ ਥੋੜ੍ਹੇ ਪੈਸੇ ਦੇਣ ਤੋਂ ਬਾਅਦ ਕਿਸੇ ਸੱਜਣਾ ਨੂੰ ਕਹਿ ਸਕਦੇ ਹਾਂ ਕਿ ਇਹ ਬੱਚੀ ਪੜ੍ਹਨਾ ਚਾਹੁੰਦੀ ਹੈ, ਅਸੀਂ ਤੁਹਾਡੀ ਹਰ ਖੇਤਰ ਵਿੱਚ ਸਹਾਇਤਾ ਕਰਾਂਗੇ, ਹਰ ਖੇਤਰ ਵਿੱਚ ਹੈਲਪ ਕਰਾਂਗੇ। ਬਸ ਤੁਹਾਡਾ ਇੱਕੋ ਫਰਜ਼ ਹੈ ਕਿ ਅੰਮ੍ਰਿਤ ਛਕਣ ਤੋਂ ਬਾਅਦ ਪੰਜਾਂ ਬਾਣੀਆਂ ਦਾ ਨਿਤਨੇਮ ਦੇ ਧਾਰਨੀ ਜਿਹੜੇ ਤੁਸੀਂ ਹੋ, ਮੁਬਾਰਕ ਹੈ। ਜਿਹੜੇ ਨਹੀਂ ਵੀ ਹੋ, ਸਭ ਤੋਂ ਪਹਿਲਾ ਕੰਮ ਹੈ ਕਿ ਜਿੱਥੇ ਤੁਸੀਂ ਆਪਣੀ 10ਵੀਂ 12ਵੀਂ ਵਿੱਚ ਇੰਨੀਆਂ ਮੋਟੀਆਂ ਕਿਤਾਬਾਂ ਪੜ੍ਹਦੇ ਹੋ, ਉਸ ਤੋਂ ਪਹਿਲੇ ਤੁਸੀਂ ਪੰਜਾਂ ਬਾਣੀਆਂ ਦਾ ਨਿਤਨੇਮ ਸਿੱਖਣਾ ਹੈ, ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠਣਾ ਹੈ। ਸੋ ਇੱਕ ਵਾਰ ਫੇਰ ਸਾਰੀ ਟੀਮ ਜਿਹੜੇ ਪਤਵੰਤੇ ਆਏ ਹਨ, ਭਾਈ ਸਾਹਿਬ ਖੜੇ ਹਨ, ਸਾਰੇ ਜਿਹੜੇ ਆਏ ਹਨ, ਸਾਰਿਆਂ ਨੂੰ ਬਹੁਤ ਵਧਾਈ। ਵਿਸ਼ੇਸ਼ ਕਰਕੇ ਭਾਈ ਹਰਪਿੰਦਰ ਸਿੰਘ ਜੀ, ਇੰਚਾਰਜ ਸਿੱਖ ਮਿਸ਼ਨ ਅਤੇ ਇੱਕ ਚੰਗੇ ਪ੍ਰਚਾਰਕ ਜਿਹੜੇ ਬਹੁਤ ਵੱਡੀਆਂ ਸੇਵਾਵਾਂ ਨਿਭਾ ਰਹੇ ਹਨ, ਇਹਨਾਂ ਲਈ ਸਾਰੀ ਟੀਮ ਲਈ, ਸਾਡੀ ਸਿੱਖ ਮਿਸ਼ਨ ਦੀ ਸਾਰੀ ਟੀਮ ਲਈ ਅਰਦਾਸ ਹੈ ਕਿ ਗੁਰੂ ਸਾਹਿਬ ਇਹਨਾਂ ਨੂੰ ਵੀ ਦੇਰ ਰੋਗਤਾ ਬਖਸ਼ਣ, ਤੰਦਰੁਸਤੀ ਬਖਸ਼ਣ, ਤਾਂ ਕਿ ਜੰਮੂ ਕਸ਼ਮੀਰ ਦੇ ਅੰਦਰ ਜਿਹੜੇ ਇਹਨਾਂ ਦੇ ਆਉਣ ਦੇ ਨਾਲ ਇੱਕ ਸਾਡਾ ਸੰਪਰਕ ਸ੍ਰੀ ਅਕਾਲ ਤਖਤ ਸਾਹਿਬ ਨਾਲ, ਸ਼੍ਰੋਮਣੀ ਕਮੇਟੀ ਨਾਲ ਬਣਿਆ ਹੈ, ਇਹ ਇਸੇ ਤਰ੍ਹਾਂ ਬਣਿਆ ਰਹੇ। ਅਸੀਂ ਵੀ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੀ ਜੰਮੂ ਦੀ ਸੰਗਤ ਪੂਰੀ ਸੰਸਥਾ ਦੇ ਨਾਲ ਖੜੀ ਹੈ। ਗੁਰੂ ਸਾਹਿਬ ਕਿਰਪਾ ਕਰਨ। ਬਹੁਤ ਵਧਾਈ। ਹੁਣ ਤੁਸੀਂ ਸਾਰਿਆਂ ਨੇ ਜੋ ਪੰਜ ਸਿੰਘ ਸਾਹਿਬਾਨ ਉੱਥੇ ਕਹਿਣਗੇ, ਬੜੇ ਸੁਚੱਜੇ ਢੰਗ ਦੇ ਨਾਲ ਮਰਿਆਦਾ ਨੂੰ ਸੁਣਨਾ ਹੈ, ਮਰਿਆਦਾ ਨੂੰ ਨਿਭਾਉਣਾ ਹੈ। ਕਿਸੇ ਤਰੀਕੇ ਦੀ ਪਰੇਸ਼ਾਨੀ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਅਗਰ ਕੋਈ ਆਏਗੀ, ਸੋ ਅਸੀਂ ਤੁਹਾਡੇ ਵਾਸਤੇ ਹਮੇਸ਼ਾ ਤਤਪਰ ਤਿਆਰ ਹਾਂ। ਇਹ ਬੱਚੇ, ਇਹਨਾਂ ਦੀਆਂ ਮਾਤਾਵਾਂ, ਭੈਣਾਂ, ਪੇਰੈਂਟਸ ਜਿਹੜੇ ਵੀ ਆਏ ਹਨ, ਤੁਹਾਨੂੰ ਅੱਜ ਮੈਂ ਸਮਝਦਾ ਕਿ ਦੁਨੀਆ ਦੀ ਸਭ ਤੋਂ ਵੱਡੀ ਮੁਬਾਰਕ ਹੈ। ਸਾਡੀ ਅਰਦਾਸ ਹੈ ਕਿ ਇਹ ਬੱਚੇ ਗੁਰਸਿੱਖ ਬਣ ਕੇ ਗੁਰਮਤਿ ਆਸ਼ੇ ਅਨੁਸਾਰ ਜੀਵਨ ਬਤੀਤ ਕਰਨ ਜੀ। ਇੱਕ ਬਾਣੀ ਚੈਨਲ ਦਾ ਬਹੁਤ ਮੈਂ ਧੰਨਵਾਦ ਕਰਦਾ, ਕਿਉਂਕਿ ਬਹੁਤ ਵੱਡੀ ਸੇਵਾ ਇਹਨਾਂ ਦੀ ਹੈ। ਮੈਂ ਸਮਝਦਾ ਕਿ ਇਹਨਾਂ ਦੀਆਂ ਸੇਵਾਵਾਂ ਦੇ ਨਾਲ ਹੀ ਪਤਾ ਨਹੀਂ ਕਿੰਨਿਆਂ ਨੂੰ ਪ੍ਰੇਰਨਾ ਮਿਲਦੀ ਹੈ, ਭਾਵੇਂ ਕਿਤੇ ਗੁਰਮਤਿ ਸਮਾਗਮ ਹੈ, ਭਾਵੇਂ ਬੱਚਿਆਂ ਦੀ ਐਜੂਕੇਸ਼ਨ ਹੈ, ਭਾਵੇਂ ਅੱਜ ਅੰਮ੍ਰਿਤ ਸੰਚਾਰ ਹੈ। ਸੋ ਇਸ ਚੈਨਲ ਨੂੰ ਵੀ ਸਤਿਗੁਰੂ ਜੀ ਕਿਰਪਾ ਕਰਨ ਕਿ ਇਹ ਅਰਦਾਸ ਹੈ ਸਾਡੀ ਅੱਜ ਦੇ ਦਿਨ ਦਸਮ ਪਾਤਸ਼ਾਹ ਚਰਨਾਂ ਵਿੱਚ ਕਿ ਇਹ ਚੈਨਲ ਛੇਤੀ ਤੋਂ ਛੇਤੀ ਸੈਟੇਲਾਈਟ ਚੈਨਲ ਹੋਵੇ, ਤਾਂ ਕਿ ਜੰਮੂ ਕਸ਼ਮੀਰ ਦੀ ਜਿਹੜੀ ਸਿੱਖੀ ਦੀ ਖੁਸ਼ਬੂ ਹੈ, ਜਿਹੜੀ ਇਹ ਦੱਸਦੇ ਹਨ, ਉਹ ਵਰਲਡ ਲੈਵਲ ਜਾਵੇ, ਤਾਂ ਕਿ ਸਾਡੀ ਸਿੱਖੀ ਇਸੇ ਤਰ੍ਹਾਂ ਵੱਧ ਸਕੇ। ਸਾਰਿਆਂ ਦਾ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਮੈਨੂੰ ਇੱਥੇ ਅੰਮ੍ਰਿਤ ਸੰਚਾਰ ਕਰਨ ਮੈਂ ਆਈ ਹਾਂ ਔਰ ਮੈਨੂੰ ਬਹੁਤ ਅੱਛਾ ਫੀਲ ਹੋ ਰਿਹਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਜਿਹੜਾ ਮੈਂ ਅੱਜ ਅੰਮ੍ਰਿਤ ਦੀ ਦਾਤ ਮੈਨੂੰ ਵਾਹਿਗੁਰੂ ਜੀ ਪਰਮਾਤਮਾ ਜੀ ਬਖਸ਼ਣਗੇ, ਮੈਂ ਉਸ 'ਤੇ ਖਰੀ ਉਤਰਾਂਗੀ। ਅਸੀਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਸਮਝ ਰਹੇ ਹਾਂ ਕਿ ਸਾਨੂੰ ਅੱਜ ਅੰਮ੍ਰਿਤ ਛਕਣ ਦਾ ਮੌਕਾ ਮਿਲ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਅਸੀਂ ਅੰਮ੍ਰਿਤ ਛਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਅੰਮ੍ਰਿਤ ਛਕਣ ਜਾ ਰਹੀ ਹਾਂ। ਮੇਰੇ ਛੋਟੇ ਵੀਰੋ ਭੈਣੋ, ਤੁਸੀਂ ਵੀ ਅੰਮ੍ਰਿਤ ਛਕੋ, ਗੁਰੂ ਵਾਲੀ ਸਾਈਡ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਂ ਅੰਮ੍ਰਿਤ ਛਕ ਰਿਹਾ, ਕਿਉਂਕਿ ਮੈਨੂੰ ਸ਼ੁਰੂ ਤੋਂ ਬਹੁਤ ਸ਼ੌਂਕ ਸੀ ਕਿ ਮੈਂ ਅੰਮ੍ਰਿਤ ਛਕਾਂ, ਕਿਉਂਕਿ ਮੇਰੇ ਪਾਪਾ ਨੇ ਵੀ ਛਕਿਆ ਸੀ। ਤੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੱਜ ਅੰਮ੍ਰਿਤ ਛਕ ਰਿਹਾ ਤੇ ਸਾਰਿਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਤੇ ਗੁਰੂ ਵਾਲੀ ਜਿਹੜੀ ਲਾਈਨ ਹੈ ਉਹ ਵਾਲੀ ਮਤਲਬ ਪਕੜਨੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੰਮ੍ਰਿਤ ਛਕਣ ਆਇਆ ਤੇ ਹੋਰ ਵੀ ਸਾਰੇ ਲੋਕ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਂ ਅੰਮ੍ਰਿਤ ਛਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅੰਮ੍ਰਿਤ ਛਕਿਆ ਤੇ ਮੈਂ ਕੱਲ ਤੋਂ ਇੰਨੀ ਮੈਨੂੰ ਖੁਸ਼ੀ ਸੀ ਕਿ ਮੈਂ ਅੰਮ੍ਰਿਤ ਛਕਾਂਗਾ ਤੇ ਤੁਸੀਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ੇ ਦੇ ਆਧਾਰਿਤ ਸਾਡੇ ਸਿੱਖ ਮਿਸ਼ਨ ਦੇ ਇੰਚਾਰਜ ਜੰਮੂ ਕਸ਼ਮੀਰ ਦੇ ਭਾਈ ਹਰਪਿੰਦਰ ਸਿੰਘ ਜੀ, ਜਿਹੜੇ ਵਿਸ਼ੇਸ਼ ਕਰਕੇ ਪਿਛਲੇ 2-2.5 ਸਾਲਾਂ ਤੋਂ ਇਸ ਮਿਸ਼ਨ ਦੇ ਇੰਚਾਰਜ ਥਾਪੇ ਗਏ ਹਨ,
ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਟੀਮ, ਜਿਹੜੇ ਸਾਰੇ ਪ੍ਰਚਾਰਕ ਵੀਰ ਮੇਰੇ ਖੜੇ ਹਨ, ਵੱਖ-ਵੱਖ ਜੰਮੂ ਕਸ਼ਮੀਰ ਦੇ ਪਿੰਡਾਂ ਵਿੱਚ ਜਾ ਕੇ ਇਲਾਕਿਆਂ ਵਿੱਚ ਭਾਵੇਂ ਕਰੋਨਾ ਕਾਲ ਵੀ ਰਿਹਾ, ਆਨਲਾਈਨ ਕਲਾਸਾਂ ਦੀ ਸੇਵਾਵਾਂ ਨਿਭਾਉਂਦੇ ਰਹੇ ਹਨ। ਅੱਜ ਅਸੀਂ ਸਾਰੇ ਵਿਸ਼ੇਸ਼ ਕਰਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੱਠਾ ਮਿਲ ਵਿਖੇ ਦਸਮ ਪਾਤਸ਼ਾਹ ਦੀ ਜਿਹੜੀ ਮਰਿਆਦਾ ਹੈ ਕਿ ਸਿੱਖੀ ਦੇ ਸਕੂਲ ਦੇ ਅੰਦਰ ਦਾਖਲ ਹੋਣਾ ਤੇ ਉਸ ਤੋਂ ਬਾਅਦ ਖਾਲਸਾਈ ਜਿਹੜਾ ਜਾਹੋ ਜਲਾਲ ਹੈ, ਜਿਹੜਾ ਹਰ ਪਾਸੇ ਉਹ ਜਾਹੋ ਜਲਾਲ ਦੁਨੀਆ ਦੇ ਅੰਦਰ ਹਰ ਪਾਸੇ ਝੂਲ ਰਿਹਾ ਹੈ, ਤੇ ਖਾਲਸਾ ਪੰਥ ਦੇ ਅੰਦਰ ਜਿਹੜੀ ਸਾਡਾ ਦਾਖਲਾ ਹੈ, ਜਿਸ ਨੂੰ ਅਸੀਂ ਸਿੱਖ ਰਿਆਤ ਮਰਿਆਦਾ ਅਨੁਸਾਰ ਦੂਜਾ ਸੰਸਕਾਰ ਮੰਨਿਆ ਜਾਂਦਾ ਹੈ ਜਨਮ ਸੰਸਕਾਰ ਤੋਂ ਬਾਅਦ ਅੰਮ੍ਰਿਤ ਸੰਸਕਾਰ। ਅੱਜ ਉਸ ਮਰਿਆਦਾ ਨੂੰ ਨਿਭਾਉਂਦੇ ਹੋਏ ਜਿੱਥੇ ਸਿੱਖ ਮਿਸ਼ਨ ਜੰਮੂ ਕਸ਼ਮੀਰ ਵੱਲੋਂ ਪਿਛਲੇ ਦਿਨਾਂ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਮਦਮਾ ਸਾਹਿਬ ਵੱਲੋਂ ਬਹੁਤ ਵੱਡਾ ਇਤਿਹਾਸਕ ਫੈਸਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪਹਿਲੀ ਵਾਰ ਜੰਮੂ ਕਸ਼ਮੀਰ ਦੀ ਅੰਮ੍ਰਿਤਧਾਰੀ ਬੱਚੀਆਂ ਵਾਸਤੇ 200 ਬੱਚੀਆਂ ਦੀ ਫ੍ਰੀ ਵਿੱਦਿਆ ਦਾ ਕੋਟਾ ਜਿਹੜਾ ਅਨਾਉਂਸ ਕੀਤਾ ਗਿਆ ਸੀ। ਉਸ ਵਿੱਚ ਪਿਛਲੇ ਦਿਨਾਂ ਵਿੱਚ ਮਾਤਾ ਸਾਹਿਬ ਕੌਰ ਗਰਲਸ ਕਾਲਜ ਬਠਿੰਡਾ ਤੋਂ ਵਿਸ਼ੇਸ਼ ਕਰਕੇ ਸਾਰੀ ਟੀਮ ਇੱਥੇ ਪਹੁੰਚੀ ਸੀ। ਉਹਨਾਂ ਦੇ ਇੰਚਾਰਜ ਚੇਅਰਮੈਨ, ਉਹਨਾਂ ਨੇ ਜਿਨ੍ਹਾਂ ਬੱਚੀਆਂ ਨੇ ਫਾਰਮ ਭਰੇ ਸੀ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਦਾਖਲਾ ਦਿੱਤਾ ਹੈ। ਪਰ ਬਹੁਤ ਸਾਰੀਆਂ ਬੱਚੀਆਂ ਐਸੀਆਂ ਸਨ ਜਿਨ੍ਹਾਂ ਨੇ ਹਲੇ ਸਿੱਖੀ ਦੇ ਸਕੂਲ ਵਿੱਚ ਦਾਖਲਾ ਨਹੀਂ ਲਿਆ ਸੀ। ਜਿਹੜਾ ਮੁੱਖ ਜਿਹੜਾ ਇਸ ਦਾ ਮਰਿਆਦਾ ਬਣਾਈ ਗਈ ਹੈ, ਰੂਲ ਬਣਾਇਆ ਗਿਆ ਹੈ, ਉਹ ਹੈ ਕਿ ਅੰਮ੍ਰਿਤਧਾਰੀ ਗੁਰਸਿੱਖ ਬੱਚੀਆਂ ਵਾਸਤੇ। ਸੋ ਬੜੀ ਮੁਬਾਰਕ ਦੀ ਗੱਲ ਹੈ ਕਿ ਉਹਨਾਂ ਨੇ ਇਹ ਥੋੜੇ ਦਿਨਾਂ ਦੇ ਅੰਦਰ 24 ਤਰੀਕ ਨੂੰ ਇਹ ਕਾਉਂਸਲਿੰਗ ਹੋਈ ਸੀ, ਮਨ ਬਣਾ ਲਿਆ ਕਿ ਅਸੀਂ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣਾ ਹੈ। ਜਿੱਥੇ ਦੁਨਿਆਵੀ ਐਜੂਕੇਸ਼ਨ ਹਾਸਲ ਕਰਨੀ ਹੈ, ਉੱਥੇ ਸਿੱਖ ਧਰਮ ਨੂੰ ਵੀ ਅਪਣਾ ਕੇ ਅਸੀਂ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣਾ ਹੈ। ਉਹ ਬੱਚੀਆਂ ਵੀ ਅੱਜ ਵਿਸ਼ੇਸ਼ ਕਰਕੇ ਇਸ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਪਹੁੰਚੀਆਂ ਹਨ। ਤੇ ਇਹ ਜਿਹੜੇ ਸਿੱਖ ਮਿਸ਼ਨ ਦੇ ਮੇਰੇ ਵੀਰ ਭਾਈ ਹਰਪਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਵੀਰਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਜਿਹੜਾ ਪ੍ਰਚਾਰ ਕੀਤਾ। ਤੇ ਮੁਬਾਰਕ ਦੀ ਗੱਲ ਹੈ ਕਿ ਉਹ ਬੱਚੇ 15 ਤੋਂ 20 ਬੱਚੇ ਹੀ ਸਨ, ਪਰ ਅੱਜ 100 ਦੇ ਕਰੀਬ ਜਿਹੜੇ ਬੱਚੇ ਹਨ। ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਵਿੱਚ ਛੋਟੇ ਬੱਚੇ ਤੇ ਸਾਡੀਆਂ ਬੱਚੀਆਂ, ਨੌਜਵਾਨਾਂ ਦੀ ਗਿਣਤੀ ਜਿਹੜੀ ਜ਼ਿਆਦਾ ਹੈ। ਸੋ 100 ਦੇ ਕਰੀਬ ਪ੍ਰਾਣੀ ਜਿਹੜੇ ਅੱਜ ਦਸਮ ਪਾਤਸ਼ਾਹ ਦੇ ਸਕੂਲ ਵਿੱਚ ਦਾਖਲਾ ਲੈ ਰਹੇ ਹਨ। ਅੰਮ੍ਰਿਤ ਸੰਚਾਰ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਕਰਕੇ ਧੰਨਵਾਦ, ਉਹਨਾਂ ਦੇ ਸਹਿਯੋਗ ਨਾਲ ਇਹ ਸਾਰੇ ਸਮਾਗਮ ਅੱਜ ਉਲੀਕੇ ਗਏ ਹਨ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ 5 ਸਿੱਖ ਸਾਹਿਬਾਨ ਵਿਸ਼ੇਸ਼ ਕਰਕੇ ਆਏ ਹਨ। ਉਹਨਾਂ ਨੇ ਅੰਮ੍ਰਿਤ ਸੰਚਾਰ ਦੀ ਜਿਹੜੀ ਪੂਰੀ ਮਰਿਆਦਾ ਨੂੰ ਜਿੱਥੇ ਨਿਭਾਉਣਾ ਹੈ, ਉੱਥੇ ਇਹਨਾਂ ਸਾਰਿਆਂ ਨੂੰ ਸਿੱਖੀ ਦੇ ਅਸੂਲਾਂ ਬਾਰੇ ਵੀ ਜਾਣੂ ਕਰਵਾਉਣਾ ਹੈ। ਸੋ ਥੋੜੇ ਸਮੇਂ ਬਾਅਦ ਹੀ ਇਹ ਸਾਰੇ ਜਿਹੜੇ ਸਿੱਖੀ ਦੇ ਸਕੂਲ ਵਿੱਚ ਦਾਖਲਾ ਲੈਣ ਜਾ ਰਹੇ ਹਨ। ਵਿਸ਼ੇਸ਼ ਕਰਕੇ ਮੈਂ ਆਪਣੇ ਵੱਲੋਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ, ਡਿਸਟ੍ਰਿਕਟ ਕਮੇਟੀ ਵੱਲੋਂ, ਸਟੇਟ ਗੁਰਦੁਆਰਾ ਪ੍ਰਬੰਧਕ ਬੋਰਡ ਚੇਅਰਮੈਨ ਵੱਲੋਂ, ਸਟੇਟ ਗੁਰਦੁਆਰਾ ਪ੍ਰਬੰਧਕ ਬੋਰਡ ਦੇ ਸਮੁੱਚੇ ਪ੍ਰਬੰਧ ਵੱਲੋਂ, ਉਸ ਤੋਂ ਬਾਅਦ ਵਿਸ਼ੇਸ਼ ਕਰਕੇ ਸਾਰਾ ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ ਦੇ ਮਨਜੀਤ ਸਿੰਘ ਜੀ ਵੱਲੋਂ, ਉਹਨਾਂ ਵੱਲੋਂ, ਸਮੁੱਚੀ ਸੰਗਤ ਵੱਲੋਂ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਸਿੱਖ ਮਿਸ਼ਨ, ਇਹਨਾਂ ਦਾ ਇੰਚਾਰਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੀ ਪੂਰੀ ਟੀਮ, ਮੇਰੇ ਪ੍ਰਚਾਰਕ ਵੀਰ ਜਿਹੜੇ ਤਤਪਰ ਹਨ ਕਿ ਕਰੋਨਾ ਚੱਲ ਰਿਹਾ ਹੈ, ਨਹੀਂ ਤਾਂ ਇਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ, ਅਗਲੇ ਸੁਹਾਵਣੇ ਪ੍ਰੋਗਰਾਮ ਉਲੀਕੇ ਹਨ, ਨਵੇਂ ਪ੍ਰੋਗਰਾਮ, ਪਰ ਕਰੋਨਾ ਦੀ ਗਾਈਡਲਾਈਨਸ ਨੂੰ ਲੈ ਕੇ ਹਲੇ ਉਹ ਪ੍ਰੋਗਰਾਮ ਖੁੱਲ੍ਹ ਕੇ ਆਪ ਜੀ ਦੇ ਸਾਹਮਣੇ ਨਹੀਂ ਆ ਰਹੇ। ਸਾਰਿਆਂ ਦਾ, ਸ਼੍ਰੋਮਣੀ ਕਮੇਟੀ ਦਾ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਵਿਸ਼ੇਸ਼ ਕਰਕੇ ਧੰਨਵਾਦ। ਇੱਕ ਬਾਣੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿ ਤੁਹਾਡੇ ਇਸ ਪਲੇਟਫਾਰਮ ਦੇ ਰਾਹੀਂ ਪਤਾ ਨਹੀਂ ਹੋਰ ਕਿੰਨਿਆਂ ਨੂੰ ਪ੍ਰੇਰਨਾ ਮਿਲਣੀ ਹੈ ਤੇ ਕਿੰਨਿਆਂ ਨੇ ਸੰਪਰਕ ਕਰਨਾ ਹੈ ਕਿ ਅਸੀਂ ਵੀ ਸਿੱਖੀ ਦੇ ਸਕੂਲ ਵਿੱਚ ਆਉਣਾ ਹੈ। ਇੱਕ ਬਾਣੀ ਚੈਨਲ ਲਈ ਵੀ ਅਸੀਂ ਸਾਰੇ ਵੀਰ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੇ ਨਾਲ ਜੁੜ ਕੇ ਉਹਨਾਂ ਦੀਆਂ ਸੇਵਾਵਾਂ ਨੂੰ ਸੰਗਤਾਂ ਤੱਕ ਉਜਾਗਰ ਕਰ ਰਹੇ ਹੋ, ਗੁਰੂ ਰਾਮਦਾਸ ਮਹਾਰਾਜ ਇਸ ਚੈਨਲ ਨੂੰ ਵੀ ਜਲਦੀ ਸੈਟੇਲਾਈਟ ਚੈਨਲ ਕਰਨ, ਤਾਂ ਕਿ ਇਹ ਪੂਰੇ ਵਿਸ਼ਵ ਵਿੱਚ ਜਿਹੜੀ ਜੰਮੂ ਕਸ਼ਮੀਰ ਦੀ ਸਿੱਖੀ ਸਾਬਤ ਸੂਰਤ ਦਸਤਾਰ ਸਿਰਾ ਕਰਕੇ ਵੈਸੇ ਹੀ ਪ੍ਰਚਲਿਤ ਹੈ। ਸੋ ਇਹ ਵਾਲੀ ਜਿਹੜੀਆਂ ਸੇਵਾਵਾਂ ਸਾਡੇ ਵੀਰ ਨਿਭਾ ਰਹੇ ਹਨ, ਤਾਂ ਉਹ ਵੀ ਜਿਹੜੇ ਪੂਰੇ ਵਰਲਡ ਵਿੱਚ ਸਾਹਮਣੇ ਆ ਸਕਣ। ਇੱਕ ਵਾਰ ਫਿਰ ਭਾਈ ਸਾਹਿਬ ਦਾ, ਸਮੁੱਚੀ ਟੀਮ ਦਾ, ਸਮੁੱਚੇ ਪਤਵੰਤਿਆਂ ਦਾ, ਇੱਥੋਂ ਦੀ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨ ਜਿਹੜੇ ਉੱਥੋਂ ਆਏ ਹਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ